Welcome back to my channel. In this video, we are going to discuss Master Cadre English Backlog Previous Year Paper. Part 1 ਵਿੱਚ ਅਸੀਂ 1 to 15 question discuss ਕਰ ਚੁੱਕੇ ਹਾਂ. So today we are going to discuss 16 to 31 questions. ਇਸ ਪੇਪਰ ਵਿੱਚ 31 questions linguistic plus literary part ਵਿੱਚੋਂ ਸਨ. ਸੋ ਪਾਰਟ 1 ਐਂਡ ਪਾਰਟ 2 ਜ਼ਰੂਰ ਦੇਖੋ, ਕੰਸੈਪਟ ਨੂੰ ਸਮਝੋ ਕਿਉਂਕਿ ਐਗਜ਼ਾਮ ਦੇ ਵਿੱਚ 7 to 8 ਕੁਐਸਚਨਸ ਇੰਨਾ ਹੀ ਰੈਲੀਵੈਂਟ ਟੌਪਿਕਸ ਦੇ ਵਿੱਚੋਂ ਪੁੱਛੇ ਜਾਣਗੇ. And if you want more videos on linguistic part, then subscribe to my channel, press the bell icon and share these videos with your friends. Now let's start. The first question. How is the vowel phoneme in word seen described? Word seen ਦੇ ਵਿੱਚ vowel phoneme ਨੂੰ ਕਿਵੇਂ describe ਕੀਤਾ ਗਿਆ ਹੈ? The right answer is D. Front, close, unrounded. ਇਹ ਕਨਸੈਪਟ ਨੂੰ ਸਮਝਣ ਲਈ ਪਹਿਲਾਂ ਦੇਖਣਾ ਹੋਏਗਾ ਟੋਟਲ ਸਾਊਂਡ ਕਿੰਨੀਆਂ ਹਨ. ਪਾਰਟ 1 ਵਿੱਚ ਦੱਸਿਆ ਗਿਆ ਸੀ ਕਿ ਟੋਟਲ ਵੌਲ ਸਾਊਂਡ ਜਿਹੜੀਆਂ ਨੇ ਉਹ 20 ਨੇ ਔਰ 20 ਦੇ ਵਿੱਚੋਂ 12 ਸਾਊਂਡਸ ਆਰ ਮੋਨੋਫਥੋਂਗਸ ਔਰ 8 ਸਾਊਂਡਸ ਆਰ ਡਿਫਥੋਂਗਸ. 8 ਡਿਫਥੋਂਗਸ ਔਰ 12 ਜੋ ਨੇ ਉਹ ਮੋਨੋਫਥੋਂਗਸ ਨੇ. ਮੋਨੋਫਥੋਂਗਸ ਨੂੰ ਪਿਓਰ ਵਾਵਲਸ ਵੀ ਕਿਹਾ ਜਾਂਦਾ ਔਰ ਡਿਫਥੋਂਗਸ ਨੂੰ ਵੋਵਲ ਗਲਾਈਡਸ ਕਿਹਾ ਜਾਂਦਾ ਹੈ. So there are 12 monophthongs in English. 12 monophthongs and monophthongs ਨੂੰ ਅੱਗੇ 2 part ਵਿੱਚ divide ਕੀਤਾ ਹੁੰਦਾ ਹੈ, long and short. Long vowels and short. Short single vowels 7, long single vowels 5. ਮੀਨਸ ਇਹਨਾਂ ਦੀ ਅਲੱਗ-ਅਲੱਗ ਗਿਣਤੀ ਵੀ ਤੁਸੀਂ ਯਾਦ ਰੱਖਣੀ ਹੈ ਕਿ ਸ਼ਾਰਟ ਸਿੰਗਲ ਵॉल्स ਕਿੰਨੇ ਨੇ, ਲੌਂਗ ਵॉल्स ਕਿੰਨੇ ਨੇ. ਸ਼ਾਰਟ 7 ਹੈ ਔਰ ਲੌਂਗ 5. ਸੋ ਇਹ ਚਾਰਟ ਹੈ ਮੋਨੋਫਥੋਂਗਸ ਦਾ, 12 ਮੋਨੋਫਥੋਂਗਸ ਦਾ, ਜਿਸ ਵਿੱਚ ਸ਼ਾਰਟ ਔਰ ਲੌਂਗ ਵੋਵਲਸ ਦੱਸੇ ਗਏ ਹਨ. ਸੋ ਵੌਲ ਸਾਊਂਡ 3 ਟਰਮ ਡਿਸਕ੍ਰਿਪਸ਼ਨ 'ਤੇ ਆਧਾਰਿਤ ਹਨ. 3 ਟਰਮ ਡਿਸਕ੍ਰਿਪਸ਼ਨ ਕੀ ਹੈ? ਇਹਦੇ ਵਿੱਚ 3 ਪੁਆਇੰਟਸ ਆਉਂਦੇ ਹਨ. ਪੋਜੀਸ਼ਨ ਆਫ ਟੰਗ, ਟੰਗ ਦੀ ਪੋਜੀਸ਼ਨ ਕੀ ਹੈ? ਫਰੰਟ ਹੈ, ਸੈਂਟਰਲ ਹੈ ਔਰ ਬੈਕ ਹੈ. ਪੋਜੀਸ਼ਨ ਆਫ ਮਾਊਥ, ਮਾਊਥ ਦੀ ਪੋਜੀਸ਼ਨ ਕੀ ਹੈ? ਕਲੋਜ਼ਨੈਸ ਹੈ ਜਾਂ ਹਾਫ ਓਪਨ ਹੈ. ਪੋਜੀਸ਼ਨ ਆਫ ਲਿਪਸ, ਲਿਪਸ ਦੀ ਪੋਜੀਸ਼ਨ ਕੀ ਹੈ? ਰਾਊਂਡਡ ਹੈ ਜਾਂ ਅਨਰਾਊਂਡਡ ਹੈ. ਸੋ ਅਕੋਰਡਿੰਗ ਟੂ ਆਂਸਰ ਪੋਜੀਸ਼ਨ ਆਫ ਟੰਗ ਕੀ ਹੈ? ਫਰੰਟ. ਫਰੰਟ ਪਾਰਟ ਪੋਜੀਸ਼ਨ ਆਫ ਟੰਗ ਹੈ. ਪੋਜੀਸ਼ਨ ਆਫ ਮਾਊਥ ਹੈ ਕਲੋਜ਼. ਮੀਨਸ ਜੋ ਟੰਗ ਹੈ ਉਹ ਰੇਜ਼ ਹੋ ਰਹੀ ਹੈ ਰੂਫ ਆਫ ਦਾ ਮਾਊਥ ਦੇ ਬਿਲਕੁਲ ਕਲੋਜ਼ ਤੱਕ, ਤਾਂ ਪੋਜੀਸ਼ਨ ਆਫ ਮਾਊਥ ਕਲੋਜ਼. ਐਂਡ ਪੋਜੀਸ਼ਨ ਆਫ ਲਿਪਸ ਦੱਸੀ ਹੋਈ ਹੈ ਅਨਰਾਊਂਡਡ. ਅਨਰਾਊਂਡਡ ਕੀ ਹੁੰਦਾ ਹੈ? ਜਦੋਂ ਅਸੀਂ ਆਰਟੀਕੂਲੇਸ਼ਨ ਕਰਦੇ ਹਾਂ ਵੌਲ ਸਾਊਂਡ ਦੀ ਤਾਂ ਲਿਪਸ ਸਾਡੇ ਸਪਰੈਡ ਹੋ ਜਾਂਦੇ ਨੇ, ਨਿਊਟਰਲ ਪੋਜੀਸ਼ਨ ਦੇ ਵਿੱਚ ਆ ਜਾਂਦੇ ਨੇ. ਜਿਵੇਂ ਹੁਣ ਵਰਡ ਹੈ ਸੀਨ, ਜਦੋਂ ਸੀਨ ਬੋਲਾਂਗੇ ਤਾਂ ਲਿਪਸ ਕੀ ਹੋ ਜਾਣਗੇ? ਸਪਰੈਡ ਹੋ ਜਾਣਗੇ. ਐਂਡ ਰਾਊਂਡਡ ਦੇ ਵਿੱਚ ਕੀ ਹੁੰਦਾ ਹੈ? ਲਿਪਸ ਰਾਊਂਡ ਸ਼ੇਪ ਦੇ ਵਿੱਚ ਆ ਜਾਂਦੇ ਹਨ. ਜਦੋਂ ਰਾਊਂਡਡ ਵੌਲਸ ਦੀ ਪ੍ਰੋਡਕਸ਼ਨ ਹੁੰਦੀ ਹੈ ਤਾਂ ਲਿਪਸ ਰਾਊਂਡ ਪੋਜੀਸ਼ਨ ਵਿੱਚ ਹੁੰਦੇ ਹਨ. ਸੋ ਜੋ ਸੀਨ ਵਰਡ ਹੈ ਉਹਦੇ ਵਿੱਚ ਵੌਲ ਫਨੇਮ ਸ਼ੋ ਹੋ ਰਿਹਾ ਹੈ ਕਲੋਜ਼ ਫਰੰਟ ਅਨਰਾਊਂਡਡ. ਤਾਂ ਇਹ ਕੀ ਹੈ? ਇਸ ਨੂੰ ਹਾਈ ਫਰੰਟ ਅਨਰਾਊਂਡਡ ਵੀ ਕਿਹਾ ਜਾਂਦਾ ਹੈ. ਮਤਲਬ ਕਲੋਜ਼ ਦੀ ਜਗ੍ਹਾ 'ਤੇ ਹਾਈ ਵੀ ਯੂਜ਼ ਕੀਤਾ ਜਾਂਦਾ ਹੈ. ਹਾਈ ਮਤਲਬ ਕਿ ਟੰਗ ਕਿੱਥੋਂ ਤੱਕ ਰੇਜ਼ ਹੋਈ ਹੈ. ਸੋ ਫਰੰਟ ਕਲੋਜ਼ ਅਨਰਾਊਂਡਡ ਵੌਲਸ ਨੂੰ ਆਈ ਸਿੰਬਲ ਦੇ ਨਾਲ ਰਿਪਰਜੈਂਟ ਕੀਤਾ ਜਾਂਦਾ ਹੈ ਔਰ ਇਹਦੀ ਸਾਊਂਡ ਜਿਹੜੀ ਹੈ ਲੌਂਗ ਈ ਵੀ ਮੰਨੀ ਜਾਂਦੀ ਹੈ. ਸੋ ਇਸ ਫਰੰਟ ਕਲੋਜ਼ ਅਨਰਾਊਂਡਡ ਵੌਲਸ ਦੇ ਅੰਡਰ ਕੁਝ ਹੋਰ ਵੀ ਵਰਡਸ ਆਉਂਦੇ ਨੇ ਜਿਵੇਂ ਕਿ ਸ਼ੀਪ, ਜੀਪ, ਸੀਨ, ਸੀ, ਮੀਟ, ਫੀਲ, ਸੀਟ, ਹੀਲ, ਕੀਨ, ਸੀਨ. Next question. Which of the following is bilabial, voiceless, plosive phoneme in English? The right answer is P. There are 6 plosive consonants in English. Plosives ਦੀ ਤੁਹਾਨੂੰ ਗਿਣਤੀ ਪਤਾ ਹੋਣੀ ਚਾਹੀਦੀ ਨੇ. ਕਿੰਨੇ plosives ਨੇ? 6. P, B, T, D, K, G. ਇਹ 6 plosives ਹਨ. Plosives means stop. ਮਤਲਬ 에ਅਰ ਪੈਸੇਜ ਨੂੰ ਬਿਲਕੁਲ ਰੋਕ ਕੇ ਰੱਖ ਲਿਆ ਜਾਂਦਾ ਹੈ ਮਾਊਥ ਦੇ ਵਿੱਚ ਤਾਂ ਫਿਰ ਇੱਕਦਮ ਰਿਲੀਜ਼ ਕੀਤਾ ਜਾਂਦਾ ਹੈ. ਜਿਵੇਂ ਜਦੋਂ ਆਪਾਂ ਪੀ ਬੋਲਾਂਗੇ ਤਾਂ ਇੱਕਦਮ ਹਵਾ ਰੋਕ ਲਈ ਆਪਾਂ, ਠੀਕ ਹੈ, ਕਲੋਜ਼ਰ ਹੋ ਗਿਆ ਹਵਾ ਦਾ ਔਰ ਦੈਨ ਆਪਾਂ ਰਿਲੀਜ਼ ਕਰ ਦਿੰਦੇ ਹਾਂ, ਇੱਕਦਮ ਹਵਾ ਨੂੰ ਛੱਡਦੇ ਹਾਂ. ਪੀ, ਬੀ, ਤਾਂ ਇਹਨੂੰ ਕਹਿੰਦੇ ਨੇ ਪਲੋਜ਼ਿਵ. ਮਤਲਬ ਇੱਕਦਮ ਸਟੋਪ ਲੱਗ ਜਾਣਾ ਔਰ ਫਿਰ ਸਡਨ ਰਿਲੀਜ਼ ਕਰ ਦੇਣਾ. ਹੁਣ ਤੁਸੀਂ ਧਿਆਨ ਰੱਖਣਾ ਹੈ ਕਿ ਪੀ ਅਤੇ ਬੀ ਦੋਨੋਂ ਪਲੋਸਿਵ ਨੇ ਔਰ ਦੋਨੋਂ ਹੀ ਬਾਈਲੇਬੀਅਲ ਸਾਊਂਡ ਨੇ. ਮੀਨਸ ਬੋਥ ਲਿਪ ਦਾ ਯੂਜ਼ ਹੁੰਦਾ ਹੈ ਬੋਲਣ ਲੱਗਿਆ, ਠੀਕ ਹੈ. ਔਰ ਦੋਨਾਂ ਦੇ ਵਿੱਚੋਂ ਜਿਹੜੀ ਪੀ ਹੈ ਉਹ ਵੋਇਸਲੈਸ ਹੈ ਔਰ ਜਿਹੜੀ ਬੀ ਹੈ ਉਹ ਵੋਇਸਡ ਹੈ.
ਪਲੋਜ਼ਿਵ ਸਾਊਂਡਸ ਦਾ ਤੁਸੀਂ ਇਹ ਚਾਰਟ ਵੀ ਯਾਦ ਰੱਖਣਾ ਹੈ, ਜਿਹਦੇ ਵਿੱਚ ਤੁਸੀਂ ਵੌਇਸਲੈਸ ਔਰ ਵੌਇਸਡ ਸਾਊਂਡਸ ਨੂੰ ਯਾਦ ਕਰਨਾ ਹੈ ਔਰ ਇਹਨਾਂ ਦੀ ਆਰਟੀਕੂਲੇਸ਼ਨ ਵੀ ਯਾਦ ਕਰਨੀ ਹੈ ਕਿ ਬਾਈਲੇਬੀਅਲ ਸਾਊਂਡਸ ਨੇ, ਐਲਵੀਓਲਰ ਨੇ ਜਾਂ ਵੀਲਰ ਸਾਊਂਡਸ ਨੇ। ਐਂਡ ਇਸ ਕੰਸੈਪਟ ਨੂੰ ਆਪਾਂ ਅਲੱਗ ਵੀਡੀਓ ਵਿੱਚ ਵੀ ਚੰਗੀ ਤਰ੍ਹਾਂ ਡਿਸਕਸ ਕਰਾਂਗੇ। ਨੈਕਸਟ ਕੁਐਸਚਨ, ਹਾਊ ਮੈਨੀ ਐਫੋਕੇਟ ਫੋਨੇਮਸ ਆਰ ਦੇਅਰ ਇਨ ਇੰਗਲਿਸ਼? ਇੰਗਲਿਸ਼ ਵਿੱਚ ਐਫੋਕੇਟ ਫੋਨੇਮਸ ਕਿੰਨੇ ਹਨ? The right answer is 2. So English has two affricate phonemes, ch and j. These are consonant sounds and also called semi-plosives. Affricate sounds are voiced and unvoiced. ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿਹੜੀ ਸਾਊਂਡ voiced ਹੈ ਔਰ ਕਿਹੜੀ unvoiced ਹੈ। j sound is voiced and ch sound is unvoiced. So ch sound is voiceless. For example, cheap, cherry, chain. And j sound is voiced. For example, jeep, jerry, jane. So there are two affricate phonemes in English. ਤੁਸੀਂ ਇਹਨਾਂ ਦੀ ਸਾਊਂਡ ਵੀ ਯਾਦ ਰੱਖਣੀ ਹੈ ਔਰ ਸਿੰਬਲ ਵੀ ਯਾਦ ਰੱਖਣਾ ਹੈ ਔਰ ਵੌਇਸਿੰਗ ਵੀ ਯਾਦ ਰੱਖਣੀ ਹੈ ਕਿ ਵੌਇਸਲੈਸ ਹੈ ਔਰ ਵੌਇਸਡ ਹੈ। The next question, how is the final phoneme in English word sing described? The right answer is voiced velar nasal. The voiced velar nasal, also known as agma, is a type of consonantal sound used. It is a sound of ng in English. Sing means a sing word which sound hai ng. The ng sound is nasal sound. ਜਿਵੇਂ words ਨੇ sing, ring, thing, ਹੁਣ ਇਹਦੇ ਵਿੱਚ ਜੋ ਸਾਊਂਡ ਆ ਰਹੀ ਹੈ ing, ਇਹ ng ਸਾਊਂਡ ਹੈ। The ng sound is called the velar nasal. Velar consonants articulated with the back part of the tongue. Means ਜਦੋਂ velar sound consonant ਨੂੰ use ਕਰਦੇ ਹਾਂ ਤਾਂ with the back part of the tongue. Means back part ਜੋ ਹੈ curl ਹੋ ਜਾਂਦਾ ਹੈ against the back of our mouth and the air comes out your nose ਔਰ nose ਦੇ ਵਿੱਚੋਂ ਹਵਾ ਬਾਹਰ ਆਉਂਦੀ ਹੈ। The ng sound is a voiced sound because the vocal cords vibrate when we produce a sound. ਕੋਈ ਵੀ sound voiced ਕਦੋਂ ਹੁੰਦੀ ਹੈ? ਜਦੋਂ vocal cords ਦੇ ਵਿੱਚ vibration ਹੁੰਦੀ ਹੈ। The next question, which vowel phoneme is called schwa in phonetics? The right option is mid central vowel in vowel chart. So schwa sound ਕੀ ਹੈ? ਉਲਟੀ ਈ ਦੇ ਵਿੱਚ ਜਦੋਂ ਆਪਾਂ ਇਹ ਸਿੰਬਲ ਨੂੰ ਲਿਖਦੇ ਹਾਂ ਤਾਂ ਇਹ ਸਿੰਬਲ ਨੂੰ schwa sound ਕਹਿੰਦੇ ਹਨ। ਐਂਡ ਇਹਦੀ ਸਾਊਂਡ ਜੋ ਹੋਏਗੀ ਉਹ ਅੱਧਾ ਅ ਸਾਊਂਡ ਹੋਏਗੀ। ਮੀਨਸ ਅ ਸਾਊਂਡ ਜੋ ਪ੍ਰੋਨਾਊਂਸ ਕਰਾਂਗੇ ਉਹ ਬਹੁਤ ਜ਼ਿਆਦਾ ਵੀਕ ਸਾਊਂਡ ਹੋਏਗੀ। A schwa is a vowel sound in an unstressed syllable. Its technical name is the mid-central vowel. It is often called the schwa sound. schwa sound weak है, ਅਨਸਟ੍ਰੈਸਡ ਸਾਊਂਡ ਹੈ। ਵੀਕ ਮੀਨਸ ਕਮਜ਼ੋਰ, ਮੀਨਸ ਇਹ ਸਾਊਂਡ 'ਤੇ ਆਪਾਂ ਜ਼ਿਆਦਾ ਦੇਰ ਰੁਕਦੇ ਨਹੀਂ ਹਾਂ। ਅਗਰ ਆਪਾਂ ਅੱਧਾ ਅ ਬੋਲਣਾ ਹੈ ਤਾਂ ਜ਼ਿਆਦਾ ਦੇਰ ਰੁਕਾਂਗੇ ਨਹੀਂ। ਔਰ ਅਨਸਟ੍ਰੈਸਡ ਹੈ ਮੀਨਸ ਇਹਦੇ 'ਤੇ ਜ਼ਿਆਦਾ ਸਟ੍ਰੈਸ ਨਹੀਂ ਦਿੱਤਾ ਜਾਂਦਾ। This vowel is so important in English that it has its own name. Means ਇਹ ਹੀ ਇੱਕ ਸਾਊਂਡ ਹੈ ਜਿਸ ਦਾ ਆਪਣਾ ਖੁਦ ਦਾ ਨੇਮ ਹੈ। ਮੀਨਸ ਉਲਟੀ ਈ ਇਹ ਸਿੰਬਲ ਹੈ ਔਰ ਇਹਦਾ ਨੇਮ ਹੈ schwa. It is called schwa. Schwa is a weak vowel used in many unstressed syllables in English. So ਇਸ ਸਾਊਂਡ ਦਾ ਆਪਣਾ ਖੁਦ ਦਾ ਨੇਮ ਹੈ schwa ਹੈ ਔਰ ਇਹ ਵੀਕ ਵॉल ਹੈ, ਅਨਸਟ੍ਰੈਸਡ ਹੈ। ਇਹ ਇਹਦੀ ਡੈਫੀਨੇਸ਼ਨ ਹੈ ਜੋ ਤੁਸੀਂ ਯਾਦ ਰੱਖਣੀ ਹੈ। ਔਰ ਇੱਕ ਤੁਸੀਂ ਹੋਰ ਯਾਦ ਰੱਖਣਾ ਹੈ ਕਿ ਇਹ ਮੋਸਟ ਕਾਮਨ ਸਾਊਂਡ ਹੈ ਜੋ ਸਭ ਤੋਂ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਇੰਗਲਿਸ਼ ਵਿੱਚ। Next question, what does term pulmonic egressive airstream mean in description of sounds? The right option is D, air coming out of the lungs. The pulmonic egressive is a body of air expelled from the lungs. Means ਇਹਦੇ ਵਿੱਚ ਜਿਹੜੀ air ਹੈ coming out of the lungs means lungs ਦੇ ਵਿੱਚੋਂ ਬਾਹਰ ਨਿਕਲਦੀ ਹੈ and ਇਹਨੂੰ use ਕੀਤਾ ਜਾਂਦਾ ਹੈ talking ਔਰ singing ਦੇ ਲਈ। ਤੁਹਾਨੂੰ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਆਲ ਇੰਗਲਿਸ਼ ਸਾਊਂਡ ਕਿਹੜੇ 에ਅਰ ਸਟ੍ਰੀਮ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਤੇ ਤੁਸੀਂ ਕੀ ਕਹਿਣਾ ਹੈ ਪਲਮੋਨਿਕ ਇਗਰੈਸਿਵ 에ਅਰ ਸਟ੍ਰੀਮ ਮੀਨਸ ਆਲ ਇੰਗਲਿਸ਼ ਸਾਊਂਡਸ ਆਰ ਪ੍ਰੋਡਿਊਸਡ ਯੂਜ਼ਿੰਗ ਦਾ pulmonic aggressive airstream mechanism. So pulmonic aggressive most common mechanism ਹੈ air comes from lungs ਤੋਂ ਹਵਾ ਬਾਹਰ ਆਉਂਦੀ ਹੈ। plosives stops in English ਜੋ ਨੇ ਉਹ ਇਸੇ mechanism ਦੇ ਵਿੱਚ ਹੀ ਪ੍ਰੋਡਿਊਸ ਕੀਤੇ ਜਾਂਦੇ ਨੇ ਜਿਵੇਂ P, B, T ਮੀਨਸ ਇਹ ਬੋਲਦੇ ਟਾਈਮ ਆਪਣੀ ਜਿਹੜੀ ਹਵਾ ਹੈ ਉਹ ਲੰਗਸ ਚੋਂ ਬਾਹਰ ਆਉਂਦੀ ਹੈ ਜਿਵੇਂ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ।
ਕਿ ਪਲੋਜ਼ਿਵ ਸਾਊਂਡਸ ਦੇ ਵਿੱਚ ਕੰਪਲੀਟ ਕਲੋਜ਼ਰ ਹੋਏਗਾ, ਮੀਨਸ ਇੱਕ ਵਾਰ ਸਟਾਪ ਲੱਗ ਜਾਏਗਾ ਔਰ ਦੈਨ ਆਪਾਂ ਹਵਾ ਨੂੰ ਸਡਨ ਰਿਲੀਜ਼ ਕਰਾਂਗੇ, ਤਾਂ ਤੁਸੀਂ ਉਹੀ ਚੀਜ਼ ਨੂੰ ਇਹਦੇ ਨਾਲ ਰਿਲੇਟ ਕਰ ਸਕਦੇ ਹੋ ਕਿ ਹਵਾ ਜਿਹੜੀ ਹੈ ਲੰਗਸ ਤੋਂ ਬਾਹਰ ਆਏਗੀ ਇਹ ਸਾਊਂਡਸ ਪ੍ਰੋਡਿਊਸ ਕਰਦੇ ਟਾਈਮ। The next question. After which of the following is the place of articulation for description and classification of a consonant phoneme named? The right answer is passive articulator. So means जो place of articulation है ਉਹਦਾ name ਕਿਹੜੇ articulator ਤੇ ਰੱਖਿਆ ਗਿਆ। ਦੋ ਤਰ੍ਹਾਂ ਦੇ articulator ਨੇ, active और passive. The active articulator is a term for the organ that moves in the articulation. ਜਿਹੜੇ ਐਕਟਿਵ ਆਰਟੀਕੂਲੇਟਰਸ ਨੇ ਉਹ ਜਦੋਂ ਆਰਟੀਕੂਲੇਸ਼ਨ ਹੁੰਦੀ ਆ, ਪ੍ਰੋਡਕਸ਼ਨ ਹੁੰਦੀ ਆ, ਤਾਂ ਉਹ ਆਰਗਨਸ ਜਿਹੜੇ ਨੇ ਮੂਵ ਕਰਦੇ ਰਹਿੰਦੇ ਨੇ। ਦ ਪੈਸਿਵ ਆਰਟੀਕੂਲੇਟਰ ਇਜ਼ ਦ ਟਾਰਗੇਟ ਆਫ ਦ ਆਰਟੀਕੂਲੇਸ਼ਨ, ਦ ਪੁਆਇੰਟ ਟੂਵਰਡਸ ਵਿਚ ਦ ਐਕਟਿਵ ਆਰਟੀਕੂਲੇਟਰ ਇਜ਼ ਡਾਇਰੈਕਟਡ। ਸੋ ਐਕਟਿਵ ਆਰਟੀਕੂਲੇਟਰ ਤਾਂ ਮੂਵ ਕਰੇਗਾ, ਬਟ ਪੈਸਿਵ ਜੋ ਆ ਇੱਕ ਜਗ੍ਹਾ 'ਤੇ ਸਟੇਬਲ ਰਹੇਗਾ। ਬਟ ਇਹੀ ਪੈਸਿਵ ਆਰਟੀਕੂਲੇਟਰ ਹੀ ਟਾਰਗੇਟ ਪੁਆਇੰਟ ਹੈ ਆਰਟੀਕੂਲੇਸ਼ਨ ਦਾ, ਔਰ ਐਕਟਿਵ ਜਿਹੜਾ ਹੈ ਉਹ ਇਹਦੀ ਹੈਲਪ ਲਏਗਾ ਪੈਸਿਵ ਆਰਟੀਕੂਲੇਸ਼ਨ ਦੀ। ਇਸ ਚਾਰਟ ਲਈ ਤੁਸੀਂ ਪਲੇਸ ਆਫ ਆਰਟੀਕੂਲੇਸ਼ਨ ਦੇਖ ਸਕਦੇ ਹੋ ਕਿ ਕਿਹੜਾ ਐਕਟਿਵ ਆਰਟੀਕੂਲੇਟਰ ਹੈ ਔਰ ਕਿਹੜਾ ਪੈਸਿਵ ਆਰਟੀਕੂਲੇਟਰ ਹੈ। So it is important to remember that the place of articulation is normally named after the passive articulator. Next question. Which is the branch of linguistics that studies the words and rules of their formation? The right answer is D. Morphology. Morphology is a study of words, how they are formed. Means words ਨੂੰ ਕਿਵੇਂ form ਕੀਤਾ ਜਾਂਦਾ ਹੈ, ਇਹ study ਕਰਦਾ ਹੈ words ਦੀ। Morphology refers to the way words are formed and arranged. Means ਕਿਵੇਂ words ਨੂੰ arrange ਕੀਤਾ ਜਾਂਦਾ ਹੈ and formed ਕੀਤਾ ਜਾਂਦਾ ਹੈ। Morph means form and ology means science of. Morphology, the science of word forms. The study of the internal structure of words and the rules by which words are formed. Means internal structure ਦੀ study और rules ਦੀ ਜਿਹਦੇ ਨਾਲ words ਨੂੰ form ਕੀਤਾ ਜਾਂਦਾ ਹੈ। The next question. What for the following is not true of a sign in semiotics? The right option is it's logical. Ferdinand de Saussure offered a dyadic or two-part model of the sign. Means Ferdinand de Saussure ਨੇ ਜਿਹੜਾ part sign ਦਾ two-part model offer ਕੀਤਾ ਸੀ। Means ਉਸਨੇ ਕਿਹਾ ਸੀ ਇਹ dyadic ਹੈ, two-part model ਹੈ। Arbitrariness of sign means there is no logical relationship between signifier or signified. Means signifier और signified ਦੇ ਵਿੱਚ ਕੋਈ logical relationship ਨਹੀਂ ਹੈ। And ਜੋ relationship ਹੈ signifier और signified ਦੇ ਵਿੱਚ ਉਹ purely conventional ਹੈ। It communicates, it's conventional, it's dyadic. All three options are correct about sign. It's logical is not true of sign in semiotics. Exam point of view ਇਹ question ਬਹੁਤ ਜ਼ਿਆਦਾ important ਹੈ। ਇਹ part ਦੇ ਵਿੱਚੋਂ questions ਜ਼ਰੂਰ ਪੁੱਛਿਆ ਜਾਂਦਾ ਹੈ। two part model of the sign ਕਿਸ ਨੇ ਦਿੱਤਾ, ਫਰਡੀਨੈਂਡ ਡੀ ਸਸ਼ੋਰ ਨੇ ਦਿੱਤਾ, ਔਰ ਉਹਨਾਂ ਦਾ relationship ਵੀ ਜ਼ਰੂਰ ਪੁੱਛਿਆ ਜਾਂਦਾ ਹੈ। ਸੋ ਇਹ concept ਤੁਸੀਂ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ। The next question. In which category of morphemes do the prefixes fall? The right option is bound. Free and bound two types ne morphemes ਦੀਆਂ। Bound morphemes must be attached to the word. They can't stand alone as words. Means bound morphemes ਜੋ ਨੇ ਉਹ ਇਕੱਲੇ stand ਨਹੀਂ ਕਰ ਸਕਦੇ। So ਇਹ prefixes, infixes और suffixes ਇਹ ਸਭ ਜੋ ਨੇ ਇਹ bound morphemes ਦੀ category ਦੇ ਵਿੱਚ ਆਉਂਦੇ ਹਨ। The next question. Which is the branch of linguistics that deals with the mental aspects of language? The right option is psycholinguistics. The study of the mental aspects of language and speech, the study of the relationship between human language and human mind. ਜੋ study mental aspects ਦੇ ਨਾਲ deal ਕਰਦੀ ਹੈ, human language ਦੇ ਨਾਲ deal ਕਰਦੀ ਹੈ, human mind ਦੇ ਨਾਲ deal ਕਰਦੀ ਹੈ, ਉਹ ਹੈ psycholinguistics. Give three-term description of the first phoneme in English word sip. The right option is voiceless alveolar fricative. So total fricatives are 9 and ਉਹਨਾਂ ਵਿੱਚੋਂ ਹੀ ਇੱਕ fricative ਹੈ S. The voiceless alveolar fricative S has a strong hissing sound as the S in English sink, sip. ਸੋ ਐਸ ਸਾਊਂਡ ਜਿਹੜੀ ਉਹ ਵੋਇਸਲੈਸ ਹੈ, ਮੀਨਸ ਇਹਦੇ ਵਿੱਚ ਵਾਈਬ੍ਰੇਸ਼ਨ ਨਹੀਂ ਹੁੰਦੀ, ਇੱਕ ਹਿਸਿੰਗ ਸਾਊਂਡ ਆਉਂਦੀ ਹੈ। ਔਰ ਐਲਵੀਓਲਰ ਹੈ, ਮੀਨਸ ਇਹ ਜਿਹੜੀ ਟੰਗ ਹੈ ਉਹ ਟੱਚ ਕਰਦੀ ਹੈ ਰਿਜ ਬਿਹਾਈਂਡ ਦਾ ਟੀਥ, ਮੀਨਸ ਟੀਥ ਰਿਜ ਨੂੰ ਟੱਚ ਕਰਦੀ ਹੈ। ਔਰ ਹੋਰ ਕੁਝ ਵਰਡਸ ਨੇ ਜਿਵੇਂ ਸਿੰਕ, ਸਿਪ, ਤਾਂ ਇਹ ਵੀ ਕੀ ਨੇ ਵੋਇਸਲੈਸ ਐਲਵੀਓਲਰ ਫ੍ਰਿਕੇਟਿਵਸ। ਇਸ ਚਾਰਟ ਰਾਹੀਂ ਤੁਸੀਂ ਫ੍ਰਿਕੇਟਿਵਸ ਦੀ ਆਰਟੀਕੂਲੇਸ਼ਨ ਨੂੰ ਯਾਦ ਰੱਖ ਸਕਦੇ ਹੋ। The next question. What is the position of vocal folds while producing voiced sounds? The right option is loosely held together.
Voice sounds are produced when the vocal cords are loosely held together. ਜਦੋਂ vocal cord lose ਹੋ ਜਾਂਦੇ ਹਨ ਉਦੋਂ voiced sound produce ਹੁੰਦੀ ਹੈ. For example B, D, G ਇਹ ਜਦੋਂ ਤੁਸੀਂ produce ਕਰੋਗੇ ਤਾਂ ਜਿਹੜੇ ਆਪਣੇ vocal cords ਨੇ ਉਹ lose ਹੋ ਜਾਂਦੇ ਨੇ, lose ਹੋ ਕੇ ਨਾਲ ਥੋੜੇ ਜਿਹੇ ਹੋ ਜਾਂਦੇ ਹਨ. For voiceless sounds like S and F, the vocal folds are held apart. Held apart means ਅਲੱਗ ਹੋ ਜਾਂਦੇ ਨੇ, vocal cords ਅਲੱਗ ਹੋ ਜਾਂਦੇ ਨੇ voiceless sounds ਦੇ ਵਿੱਚ. ਸੋ ਇਸ ਡਾਇਗਰਾਮ ਦੇ ਥਰੂ ਸਮਝ ਸਕਦੇ ਹੋ ਕਿ ਜਦੋਂ ਆਪਾਂ voiced sound produce ਕਰਦੇ ਹਾਂ ਤਾਂ vocal cords held loosely together ਮਤਲਬ ਉਹ ਲੂਜ਼ ਹੋ ਕੇ ਇਕੱਠੇ ਹੋ ਜਾਂਦੇ ਹਨ ਤੇ ਜਦੋਂ voiceless sound produce ਕਰਦੇ ਹਾਂ ਤਾਂ vocal cords drawn wide apart means ਉਹ ਵੱਖ ਹੋ ਜਾਂਦੇ ਹਨ. ਸੋ ਜੋ ਮੈਂਬਰ ਨਿਊ ਹਨ ਔਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ, ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਹਿਟ the like button. Which of the following is distinctive requirement for articulation of a consonant sound? The right option is complete or partial closure of air passage. Means consonant sound ਜਦੋਂ ਆਪਾਂ articulate ਕਰਦੇ ਹਾਂ ਤਾਂ complete closure means stop means ਪੂਰੀ ਤਰ੍ਹਾਂ ਬੰਦ ਹੋ ਜਾਣਾ, air passage ਨੂੰ ਬੰਦ ਕਰ ਦੇਣਾ. then ਇੱਕਦਮ ਸਡਨ ਆਪਾਂ ਰਿਲੀਜ਼ ਕਰਦੇ ਹਾਂ ਸਾਊਂਡ ਨੂੰ. ਜਦੋਂ ਪਲੋਜ਼ਿਵ ਆਪਾਂ ਪ੍ਰੋਡਿਊਸ ਕਰਦੇ ਹਾਂ, ਨੈਸਲ ਸਾਊਂਡ ਪ੍ਰੋਡਿਊਸ ਕਰਦੇ ਹਾਂ ਤਾਂ ਇੱਕਦਮ ਹਵਾ ਨੂੰ ਜੋ ਏਅਰ ਪੈਸੇਜ ਆ ਰੋਕ ਕੇ ਦੈਨ ਉਸ ਨੂੰ ਬਾਹਰ ਕੱਢਦੇ ਹਾਂ ਹਵਾ ਨੂੰ. ਤਾਂ ਇਹੀ ਇਹਦੀ ਡਿਸਟਿੰਕਟਿਵ ਰਿਕੁਆਇਰਮੈਂਟ ਹੈ. Next question. What is the tongue shape and position of lower jaw during the articulation of the monophthongs? The right option is remains relatively unchanging. So ਅਸੀਂ read ਕਰ ਚੁੱਕੇ ਹਾਂ ਕਿ monophthong is a pure vowel sound, one whose articulation at the both beginning and end is relatively fixed. means ਜਿਹਦੀ articulation beginning or end ਦੇ ਵਿੱਚ fixed ਹੈ, stable ਹੈ, which does not glide up or down towards a new position of articulation. means ਇਹ glide ਨਹੀਂ ਕਰਦਾ, move ਨਹੀਂ ਕਰਦਾ. diphthongs glides ਕਰਦੇ ਨੇ but monophthongs glide ਨਹੀਂ ਕਰਦੇ. ਇਹ stable ਰਹਿੰਦੇ ਨੇ, relatively fixed ਰਹਿੰਦੇ ਆ ਇਹਨਾਂ ਦੀ position. The last question. What is the significant feature of plosives consonants? ਇਹ question ਬਹੁਤ ਵਾਰ repeat ਹੋ ਚੁੱਕਿਆ ਹੈ. ਹੁਣ ਇਹਨਾਂ ਨੇ plosives ਦੀ feature ਪੁੱਛੀ ਹੈ. The right option is complete closure and sudden release. Plosive sounds are formed by the air being completely blocked in the mouth and then suddenly released. ਮਤਲਬ ਜਿਹੜੀ ਹਵਾ ਹੈ ਉਹ completely block ਕੀਤੀ ਜਾਂਦੀ ਹੈ mouth ਵਿੱਚ and then suddenly release ਕਰ ਦਿੱਤੀ ਜਾਂਦੀ ਹੈ. Plosives ਨੂੰ stop ਕਿਹਾ ਜਾਂਦਾ ਹੈ ਔਰ mutes ਵੀ ਕਿਹਾ ਜਾਂਦਾ ਹੈ. Total plosives ਨੇ 6. So this is the end of the linguistic part, and if you want more videos on linguistic part then subscribe to my channel, hit the like button and share this video with your friends. Thanks for watching.